ਅਸੀਂ ਪੜ੍ਹੇ ਲਿਖੇ ਆ, ਨੌਜਵਾਨ ਆ ਸਾਰੇ, ਇੰਨਾ ਸਾਰੇ ਸਿਆਣੇ ਆ। ਜੇ ਹੱਕ ਦੇ ਵਿੱਚ ਹੋਵੇ ਤੇ ਤੁਹਾਨੂੰ ਕਿਸੇ ਤਰੀਕੇ ਅਸੀਂ ਕੋਈ ਮੈਂਟਲੀ ਅਪਸੈਟ ਲੱਗਦੇ ਕਿ ਜਿਹੜੀ ਸੜਕਾਂ ਤੇ ਬੈਠੇ ਆਪਣਾ ਪਰਿਵਾਰ ਮਗਰ ਰੋੜ ਰਹੇ ਆ, ਸੜਕਾਂ ਤੇ ਅਸੀਂ ਧਰਨੇ ਲਾ ਰਹੇ ਆ, 2-2 ਮਹੀਨੇ ਤੋਂ ਇਹਨਾਂ ਦੀਆਂ ਮਕਾਨਾਂ ਦੇ ਰਹੇ ਆ। ਇਹ ਜਿਹੜਾ ਹੱਕ ਦੇ ਨਹੀਂ ਸਾਡੇ ਵਿਰੋਧ ਆ, ਇਹ ਇੱਕ ਚਾਲ ਆ। ਮਿੱਠੀ ਗੋਲੀ ਜਿਹਨੂੰ ਕਹਿੰਦੇ ਹੁੰਦੇ, ਹੌਲੀ ਹੌਲੀ ਨਹੀਂ ਸਾਡੀਆਂ ਜ਼ਮੀਨਾਂ ਖੋਣੀਆਂ, ਸਾਡੇ ਘਰ ਵੀ ਖੋਣੇ ਆ, ਸਾਡੇ ਕੋਲ ਸਾਡੇ ਖੇਤਾਂ 'ਚ ਮਜ਼ਦੂਰੀਆਂ ਕਰਾਉਣੀਆਂ ਇਹਨਾਂ ਨੇ। ਕਿ ਕੋਲਾ ਖਤਮ ਹੋ ਰਿਹਾ, ਬੱਤੀ ਬੰਦ ਹੋ, ਸਾਨੂੰ ਡਰਾ ਰਹੇ ਆ ਤੁਸੀਂ। ਇਹ ਕਿਸਾਨ ਡਰਨ ਵਾਲਾ ਨੀਗਾ। ਔਰ ਜੇ ਤੁਸੀਂ ਕੋਲਾ ਬੰਦ ਕਰ ਦੋਗੇ, ਬੱਤੀ ਬੰਦ ਕਰੋ, ਉਹ ਦਿੱਲੀ ਦੀ ਹੋਊਗੀ। ਜੇ ਕਿਸਾਨ ਨੇ ਉਧਰ ਨੂੰ ਕੂਚ ਕਰ ਲਈ ਨਾ, ਤੇ ਜਿਹੜਾ ਦਿੱਲੀ ਦਾ ਮਹਿਲ ਆ ਮੋਦੀ ਦਾ, ਉਹਦੇ 'ਚੋਂ ਬੱਤੀ ਜਾਊਗੀ, ਪੰਜਾਬ ਦੇ ਘਰ 'ਚੋਂ ਬੱਤੀ ਨਹੀਂ ਜਾਊਗੀ। ਮੋਦੀ ਨੇ ਦਬਕਾ ਮਾਰਿਆ, ਕੈਪਟਨ ਡਰ ਗਿਆ। ਜਦੋਂ ਕਿਸਾਨਾਂ ਜਥੇਬੰਦੀਆਂ ਨੇ ਕਿਹਾ ਸੀ ਕਿ ਭਾਈ ਸਾਹਿਬ ਜਿਹੜੀਆਂ ਤੁਸੀਂ ਇਹ ਆਮ ਇਜਲਾਸ ਸੱਦ ਕੇ ਇਹਨੂੰ ਰੱਦ ਕਰੋ, ਕਿਉਂ ਨਹੀਂ ਕਰ ਰਿਹਾ ਕੈਪਟਨ? ਫਿਰ ਡਰਦਾ ਮੋਦੀ ਕੋਲ ਸੀ ਕਿ ਨਾ। ਜਿੱਦਾਂ ਹੁਣ ਅੱਜ ਆਏ ਨਾ ਕਿਸਾਨ, ਇਹਨਾਂ ਦਾ ਬੀਜੇਪੀ ਵਾਲਿਆਂ ਦਾ ਮੂੰਹ ਕਾਲਾ ਕਰਨ। ਜਿਸਲੇ ਇੱਥੇ ਬੀਜੇਪੀ ਦਾ ਮੂੰਹ ਕਾਲਾ ਹੋਇਆ ਨਾ ਪੰਜਾਬ 'ਚ, ਫੇਰ ਉਹਨਾਂ ਨੂੰ ਅੱਗ ਲਾਊਗੀ। ਇਤਿਹਾਸ ਖੋਲ ਕੇ ਦੇਖ ਲਓ, ਜਦੋਂ ਕਿ 1947 'ਚ ਆਜ਼ਾਦੀ ਜਾਂ ਮੁਗਲਾਂ ਦੇ ਟਾਈਮ, ਇਹ ਜਿਹੜੀਆਂ ਕੁਰਬਾਨੀਆਂ ਦੇਣ ਵਾਲੇ ਕੌਮ ਹੈ, ਇਸ ਕਰਕੇ ਉਹ ਭੁੱਲ ਜਾਏ ਵੀ ਇਹ ਕਿਤੇ ਹੋਰ ਕਿਸੇ ਸਟੇਟ ਨਾਲ ਪੰਗਾ, ਇਹ ਸ਼ੇਰਾਂ ਨਾਲ ਪੰਗਾ ਪਾਇਆ ਤੇ ਇਹਨੂੰ ਇਹਦਾ ਖਮਿਆਜਾ ਭੁਗਤਣਾ ਪਊ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵੀ ਗੁੜ ਦੀ ਡਲੀ ਗੰਨੇ ਦੇ ਉੱਪਰ ਲੱਗਦੀ ਕਿ ਕੜਾਹੀ 'ਚ ਪੈਦਾ ਹੁੰਦੀ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਣਕ ਦਰਖਤ ਤੇ ਲੱਗਦੀ ਖੇਤ 'ਚ ਪੈਦਾ ਹੁੰਦੀ, ਤੇ ਉਹ ਬਿੱਲ ਬਣਾਉਂਦੇ ਆ। ਪੰਜਾਬ ਦੇ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ, ਰੋਹ ਵੀ ਵਧਦਾ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਜਿਹੜੇ ਕਾਨੂੰਨ ਬਣਾ ਦਿੱਤੇ ਆ, ਕੇਂਦਰ ਸਰਕਾਰ ਕਹਿੰਦੀ ਹੈ ਕਿ ਉਸੇ ਤਰੀਕੇ ਨਾਲ ਰਹਿਣਗੇ, ਬਲਕਿ ਕਿਸਾਨ ਆਪਣੀ ਜਿੱਦ ਉੱਤੇ ਬਜਿੱਦ ਆ ਕਿ ਜਿਹੜੇ ਕਾਨੂੰਨ ਕਾਲੇ ਕਾਨੂੰਨ ਬਣਾਏ ਗਏ ਨੇ ਉਹ ਖੇਤੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕਰ ਦੇਣਗੇ। ਅੱਜ ਜਲੰਧਰ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਪਹਿਲਾਂ ਇੱਕ ਤਸਵੀਰ ਉਧਰ ਦੇਖੋ ਕਿ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਥੇ ਅੱਜ ਮੀਟਿੰਗ ਕਰਨ ਲਈ ਆਉਣਾ ਸੀ, ਪਰ ਕਿਸਾਨਾਂ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਘਿਰਾਓ ਕੀਤਾ। ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਇੱਥੇ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ, ਪਰ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਕਰਕੇ ਇਹਨਾਂ ਨੂੰ ਇੱਥੇ ਸੜਕ ਤੇ ਹੀ ਬੈਠਣ ਲਈ ਕਿਹਾ ਹੈ। ਤਾਂ ਹੁਣ ਕਿਸਾਨਾਂ ਦੀ ਜਿਹੜੇ ਨੌਜਵਾਨਾਂ ਦੀ ਗਿਣਤੀ ਹੈ, ਕਿਸਾਨ ਜਿਹੜੇ ਲਗਾਤਾਰ ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵੱਖ-ਵੱਖ ਜਥੇਬੰਦੀਆਂ ਇੱਥੇ ਜਲੰਧਰ ਦੇ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ, ਕਿਉਂਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਕਾਨੂੰਨ ਖੇਤੀ ਦੇ ਹੱਕ ਦੇ ਵਿੱਚ ਆ, ਕਿਸਾਨ ਕਹਿ ਰਹੇ ਨੇ ਕਿ ਇਹ ਸਾਡੇ ਲਈ ਕਾਲੇ ਕਾਨੂੰਨ ਆ, ਸਾਡੇ ਲਈ ਇਹ ਕਾਨੂੰਨ ਫਿੱਟ ਨਹੀਂ ਬੈਠਣਗੇ, ਕਿਉਂਕਿ ਪਹਿਲਾਂ ਹੀ ਕਿਸਾਨੀ ਕੋਈ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ, ਤਾਂ ਹੁਣ ਕਿਸਾਨੀ ਹੋਰ ਮਰ ਜੂਗੀ, ਇਹ ਕਿਸਾਨਾਂ ਦਾ ਕਹਿਣਾ ਆ। ਚਲਾਇਆ ਜਾ ਰਿਹਾ ਰਿਲਾਇੰਸ ਦੇ ਪੈਟਰੋਲ ਪੰਪ ਸੇ ਹੈਗੇ ਆ ਗੁਰਪ੍ਰੀਤ ਸਿੰਘ ਅਟਵਾਲ ਸਾਹਿਬ, ਕਿਉਂ ਲੱਗਦਾ ਤੁਹਾਨੂੰ ਕਿ ਇਹ ਸਭ ਕੁਝ ਹੋ ਰਿਹਾ ਹੈ? ਕਿਉਂ ਤੁਹਾਨੂੰ ਕੇਂਦਰ ਤਾਂ ਕਹਿੰਦੀ ਹੈ ਕਿ ਤੁਹਾਡੇ ਹੱਕ ਦਾ ਇਹ ਬਿੱਲ ਆ? ਦੇਖੋ ਗੱਲ ਇਦਾਂ ਆ ਜੀ, ਜੇ ਕੇਂਦਰ ਕਹਿੰਦੀ ਹੱਕ ਦਾ ਬਿੱਲ ਆ, ਉਹ ਕਮਰਿਆਂ ਦੇ ਅੰਦਰ ਬੈਠੇ ਆ, ਅਸੀਂ ਖੇਤਾਂ ਦੇ ਵਿੱਚ ਹਲ ਚਲਾਉਣ ਵਾਲੇ ਜ਼ਿਮੀਂਦਾਰ, ਸਾਨੂੰ ਇਹ ਚੀਜ਼ ਦਾ ਪਤਾ ਸਾਡੇ ਹੱਕ ਦੇ ਵਿਰੋਧ 'ਚ। ਅਸੀਂ ਪੜ੍ਹੇ ਲਿਖੇ ਆ, ਨੌਜਵਾਨ ਆ ਸਾਰੇ, ਇੰਨਾ ਸਾਰੇ ਸਿਆਣੇ ਆ। ਜੇ ਹੱਕ ਦੇ ਵਿੱਚ ਹੋਵੇ ਤੇ ਤੁਹਾਨੂੰ ਕਿਸੇ ਤਰੀਕੇ ਅਸੀਂ ਕੋਈ ਮੈਂਟਲੀ ਅਪਸੈਟ ਲੱਗਦੇ ਕਿ ਜਿਹੜੀ ਸੜਕਾਂ ਤੇ ਬੈਠੇ ਆਪਣਾ ਪਰਿਵਾਰ ਮਗਰ ਰੋੜ ਰਹੇ ਆ, ਸੜਕਾਂ ਤੇ ਅਸੀਂ ਧਰਨੇ ਲਾ ਰਹੇ ਆ, 2-2 ਮਹੀਨੇ ਤੋਂ ਇਹਨਾਂ ਦੀਆਂ ਮਕਾਨਾਂ ਦੇ ਰਹੇ ਆ। ਇਹ ਜਿਹੜਾ ਹੱਕ ਦੇ ਨਹੀਂ ਸਾਡੇ ਵਿਰੋਧ ਆ, ਇਹ ਇੱਕ ਚਾਲ ਆ। ਮਿੱਠੀ ਗੋਲੀ ਜਿਹਨੂੰ ਕਹਿੰਦੇ ਹੁੰਦੇ, ਹੌਲੀ ਹੌਲੀ ਨਹੀਂ ਸਾਡੀਆਂ ਜ਼ਮੀਨਾਂ ਖੋਣੀਆਂ, ਸਾਡੇ ਘਰ ਵੀ ਖੋਣੇ ਆ, ਸਾਡੇ ਕੋਲ ਸਾਡੇ ਖੇਤਾਂ 'ਚ ਮਜ਼ਦੂਰੀਆਂ ਕਰਾਉਣੀਆਂ ਇਹਨਾਂ ਨੇ। ਤੁਹਾਨੂੰ ਤਾਂ ਸੱਦਾ ਵੀ ਦੇਤਾ ਕਿ ਆਜੋ ਬੈਠ ਕੇ ਗੱਲਬਾਤ ਕਰ ਲੈਂਦੇ ਨੇ, ਤੁਸੀਂ ਜਾਂਦੇ ਕਿਉਂ ਨਹੀਂ ਹੋ? ਦੇਖੋ ਗੱਲ ਹੈਗੀ ਇਹਦਾ ਮਨਦੀਪ ਜੀ, ਇੱਕ ਗੱਲ ਮੇਰੀ ਇਹ ਦੱਸਿਓ, ਜੇ ਨਹੀਂ ਸੱਦਾ ਦੇਤਾ ਕਹਿੰਦੇ ਆ, ਉਹ ਅਸ਼ਵਨੀ ਸ਼ਰਮਾ ਕਦੋਂ ਲੁਕਿਆ ਬੈਠਾ? ਉਹ ਸਾਡੇ ਨਾਲ ਆ ਕੇ ਇੱਥੇ ਕਦੋਂ ਨਹੀਂ ਗੱਲ ਕਰਦਾ? ਗਾਹ ਆ ਕੇ ਗੱਲ ਕਰ ਲਵੇ। ਇਹ ਇੱਕ ਸਿਆਸੀ ਸਟੰਟ ਹੋ ਰਿਹਾ ਆ, ਹੋਰ ਕੁਝ ਨਹੀਂ। ਜਿੰਨੀਆਂ ਪਾਰਟੀਆਂ, ਜਿੰਨੀਆਂ ਸਰਕਾਰਾਂ ਆ, ਸਿਰਫ ਇੱਕ ਰੋਟੀਆਂ ਸੇਕ ਰਹੀਆਂ ਸਿਆਸੀ ਕਿ ਕਿਸਾਨਾਂ ਨੂੰ ਆਪਣੇ ਹੱਕ 'ਚ ਕਰ ਲਵਾਂ, ਪਰ ਕਿਸਾਨਾਂ ਦੇ ਹਮਾਇਤੀ ਕੋਈ ਨਹੀਂ ਗੀ, ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ, ਕੋਈ ਸਾਡੇ ਹੱਕ ਦੇ ਵਿੱਚ ਨਹੀਂ ਗੀ। ਪਰ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਬਹੁਤ ਤਿੱਖਾ ਆਊਗਾ। ਪੰਜਾਬ ਸਰਕਾਰ ਬਿਆਨ ਦੇ ਰਹੀ ਆ ਕਿ ਕੋਲਾ ਖਤਮ ਹੋ ਰਿਹਾ, ਬੱਤੀ ਬੰਦ ਹੋ, ਸਾਨੂੰ ਡਰਾ ਰਹੇ ਆ ਤੁਸੀਂ। ਇਹ ਕਿਸਾਨ ਡਰਨ ਵਾਲਾ ਨੀਗਾ। ਔਰ ਜੇ ਤੁਸੀਂ ਕੋਲਾ ਬੰਦ ਕਰ ਦੋਗੇ, ਬੱਤੀ ਬੰਦ ਕਰੋ, ਉਹ ਦਿੱਲੀ ਦੀ ਹੋਊਗੀ। ਭਾਈ ਭਾਖੜਾ ਪੰਜਾਬ 'ਚ ਪੈਂਦਾ। ਜੇ ਕਿਸਾਨ ਨੇ ਉਧਰ ਨੂੰ ਕੂਚ ਕਰ ਲਈ ਨਾ, ਤੇ ਜਿਹੜਾ ਦਿੱਲੀ ਦਾ ਮਹਿਲ ਆ ਮੋਦੀ ਦਾ, ਉਹਦੇ 'ਚੋਂ ਬੱਤੀ ਜਾਊਗੀ, ਪੰਜਾਬ ਦੇ ਘਰ 'ਚੋਂ ਬੱਤੀ ਨਹੀਂ ਜਾਊਗੀ। ਹੁਣ ਤਾਂ ਕਹਿੰਦੇ ਮੋਟਰਾਂ ਦੀ ਵੀ ਬੱਤੀ ਘਟਾ ਦਿੱਤੀ ਹੈ, ਉਹਦਾ ਟਾਈਮ ਘਟਾਤਾ। ਇਹ ਕਿਸਾਨ ਨੂੰ ਦੁਖੀ ਕਰਨਾ। ਚਾਲਾਂ ਚੱਲਦਾ ਕੈਪਟਨ ਦਾ, ਕਿੰਨੀਆਂ ਕੁ ਚੱਲ ਲੈਣਗੀਆਂ?
ਇਹ ਜਿਹੜੀਆਂ ਚਾਲਾਂ ਤੇਰੀਆਂ ਇਹਦਾ ਇੱਕ ਦਿਨ ਅੰਤ ਹੋਣਾ ਹੀ ਹੋਣਾ ਆ। ਮੋਟਰਾਂ ਦੀ ਬੱਤੀ ਘਟਾਤੀ, ਕੋਈ ਗੱਲ ਨਹੀਂ ਘਟਾ ਲਵੇ। ਜਦੋਂ ਲੋਕਡਾਊਨ ਸੀਗਾ ਉਦੋਂ ਟ੍ਰੇਨਾਂ ਕਿਹੜੀਆਂ ਚੱਲਦੀਆਂ ਸੀ, ਉਦੋਂ ਕੋਲਾ ਨਹੀਂ ਆਉਂਦਾ ਸੀ। ਉਦੋਂ ਯਾਰ ਚੱਲਦੀ ਰਹੀ, ਸਿਆਂ ਨੂੰ ਖਤਮ ਕਰਨਾ ਚਾਹੁੰਦੇ ਆ। ਸਾਰੇ ਜਿਹੜੇ ਆ ਇੱਕ ਦੂਜੇ ਦੇ ਨਾਲ ਹੋਇਓ ਆ, ਇਹਨਾਂ ਦਾ ਰਲਿਓ ਆ। ਇਹ ਸਰਕਾਰ ਦੋ ਨਹੀਂ ਇੱਕ ਨਹੀਂ, ਪੰਜਾਬ ਦੀ ਤਾਂ ਸੈਂਟਰ ਦੀ ਸਰਕਾਰ ਇੱਕੋ ਹੀ ਆ। ਮੋਦੀ ਨੇ ਦਬਕਾ ਮਾਰਿਆ, ਕੈਪਟਨ ਡਰ ਗਿਆ। ਜਦੋਂ ਕਿਸਾਨਾਂ ਜਥੇਬੰਦੀਆਂ ਨੇ ਕਿਹਾ ਸੀ ਕਿ ਭਾਈ ਸਾਹਿਬ ਜਿਹੜੀਆਂ ਤੁਸੀਂ ਇਹ ਆਮ ਇਜਲਾਸ ਸੱਦ ਕੇ ਤੈਨੂੰ ਰੱਦ ਕਰੋ, ਕਿਉਂ ਨਹੀਂ ਕਰ ਰਿਹਾ ਕੈਪਟਨ? ਫਿਰ ਡਰਦਾ ਮੋਦੀ ਕੋਲ ਸੀ ਕਿ ਨਾ। ਮਨਜੀਤ ਸਿੰਘ ਰਾਏ ਸਾਡੇ ਨਾਲ। ਰਾਏ ਸਾਹਿਬ, ਕੀ ਲੱਗਦਾ ਕਿ ਦਿੱਲੀ ਦੇ ਕੰਨਾਂ ਤੱਕ ਆਵਾਜ਼ ਪਹੁੰਚੂਗੀ ਪੰਜਾਬ ਦੀ? ਹਾਲਾਂਕਿ ਮੈਨੂੰ ਲੱਗਦਾ ਕਿ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਆ, ਤੁਹਾਡਾ ਤਜਰਬਾ ਕੀ ਕਹਿੰਦਾ? ਦੇਖੋ ਜੀ, ਦਿੱਲੀ ਦੇ ਕੰਨਾਂ ਤੱਕ ਆਵਾਜ਼ ਪਹੁੰਚੀ ਕਰਕੇ ਚਿੱਠੀਆਂ ਆ ਰਹੀਆਂ, ਆਵਾਜ਼ ਤੇ ਪਹੁੰਚ ਰਹੀ ਆ, ਪਰ ਹਣ ਜੋ ਥੋੜੇ ਜਿਹਾ ਢੀਠ ਬੈਠੇ ਆ ਉਹਨਾਂ ਨੂੰ ਉਦੋਂ ਨੂੰ ਨਹੀਂ ਜਾਗਣਾ ਜਿੱਦਣ ਇੱਥੇ ਜਿੱਦਾਂ ਹੁਣ ਅੱਜ ਆਏ ਨਾ ਕਿਸਾਨ, ਇਹਨਾਂ ਦਾ ਬੀਜੇਪੀ ਵਾਲਿਆਂ ਦਾ ਮੂੰਹ ਕਾਲਾ ਕਰਨ। ਜਿਸਲੇ ਇੱਥੇ ਬੀਜੇਪੀ ਦਾ ਮੂੰਹ ਕਾਲਾ ਹੋਇਆ ਨਾ ਪੰਜਾਬ 'ਚ, ਫੇਰ ਉਹਨਾਂ ਨੂੰ ਅੱਗ ਲਾਊਗੀ। ਫੇਰ ਨਰਿੰਦਰ ਮੋਦੀ ਮੁੜੂਗਾ, ਉਹਨੇ ਪਤਾ ਕਿ 6 ਦੇ ਜਵਾੜੇ 'ਚ ਹੱਥ ਪਾਇਆ। ਇਹ ਕਿਸਾਨ ਪੰਜਾਬ ਦਾ ਕਿਸਾਨ ਹੈ। ਅੱਜ ਤੱਕ ਤੁਸੀਂ ਇਤਿਹਾਸ ਖੋਲ ਕੇ ਦੇਖ ਲਓ, ਜਦੋਂ ਕਿ 1947 'ਚ ਆਜ਼ਾਦੀ ਜਾਂ ਮੁਗਲਾਂ ਦੇ ਟਾਈਮ, ਇਹ ਜਿਹੜੀਆਂ ਕੁਰਬਾਨੀਆਂ ਦੇਣ ਵਾਲੇ ਕੌਮ ਹੈ, ਇਸ ਕਰਕੇ ਉਹ ਭੁੱਲ ਜਾਏ ਵੀ ਇਹ ਕਿਤੇ ਹੋਰ ਕਿਸੇ ਸਟੇਟ ਨਾਲ ਪੰਗਾ, ਇਹ ਸ਼ੇਰਾਂ ਨਾਲ ਪੰਗਾ ਪਾਇਆ ਤੇ ਇਹਨੂੰ ਇਹਦਾ ਖਮਿਆਜਾ ਭੁਗਤਣਾ ਪਊ। ਕਹਿੰਦੇ ਤੁਹਾਡੇ ਹੱਕ ਦਾ ਬਿੱਲ ਕਿਸਾਨ ਨੂੰ ਸਮਝ ਨਹੀਂ ਲੱਗ ਰਹੀ। ਉਹ ਵੇਖੋ ਜੀ, ਹੱਕ ਦਾ ਬਿੱਲ ਕਰੀ ਜਾਂਦੇ। ਉਹ ਜਿਹਨੇ ਉੱਥੇ ਬਿੱਲ ਤਿਆਰ ਕੀਤਾ ਉਹਨਾਂ 'ਚ ਕੋਈ ਕਿਸਾਨੀ ਕਰਦਾ? ਉਹ ਤਾਂ ਜਿਹੜੇ IPS PCS ਅਫਸਰ ਰੱਖੇ ਆ, ਉਹ ਵਿਚਾਰੇ ਕਦੇ ਖੇਤਾਂ 'ਚ ਗਏ ਨਹੀਂ। ਸਾਡੇ ਹੀ ਭਰਾ ਪੁੱਤਰ ਨੇ, ਪਰ ਉਹ ਕਦੇ ਖੇਤਾਂ 'ਚ ਗਏ ਨਹੀਂ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵੀ ਗੁੜ ਦੀ ਡਲੀ ਗੰਨੇ ਦੇ ਉੱਪਰ ਲੱਗਦੀ ਕਿ ਕੜਾਹੇ 'ਚ ਪੈਦਾ ਹੁੰਦੀ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਣਕ ਦਰਖਤ ਤੇ ਲੱਗਦੀ ਖੇਤ 'ਚ ਪੈਦਾ ਹੁੰਦੀ, ਤੇ ਉਹ ਬਿੱਲ ਬਣਾਉਂਦੇ ਆ। ਮੈਂ ਕਿਹਾ ਉਹਨਾਂ ਨੂੰ ਕੀ ਪਤਾ ਵੀ ਕਾਸਟ ਆਫ ਪ੍ਰੋਡਕਸ਼ਨ ਕੀ ਆ, ਕਿਸਾਨ ਦਾ ਖਰਚਾ ਕੀ ਆ, ਕਿਸਾਨ ਨੇ ਕਿਵੇਂ ਫਸਲ ਕੱਢਣੀ ਹੈ, ਕਿਵੇਂ ਵੇਚਣੀ ਹੈ। ਇਹ ਸਾਰੀਆਂ ਗੱਲਾਂ ਕਿਸੇ ਕਿਸਾਨ ਨੂੰ ਨਾਲ ਲੈ ਕੇ ਕਰਨ, ਸਾਨੂੰ ਸਮਝਾਉਣ, ਬੈਠਣ ਸਾਡੇ ਨਾਲ, ਅਸੀਂ ਉਹਨੂੰ ਸਮਝਾਉਣੇ ਆ ਕਿਵੇਂ ਘਾਟਾ ਆ, ਤੇ ਉਹ ਫਿਰ ਸਾਡੀ ਗੱਲ ਦਾ ਜਵਾਬ ਨਹੀਂ ਦੇ ਸਕਣਗੇ। ਇਸ ਕਰਕੇ ਬਿਹਤਰ ਆ ਵੀ ਉਹ ਸਾਡੇ ਨਾਲ ਡਿਬੇਟ ਨਾ ਕਰਨ, ਪੜ੍ਹੇ ਲਿਖੇ, ਉਹ ਇਸ ਗੱਲ ਨੂੰ ਵਾਪਸ ਲੈ ਲੈਣ। ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਉਣਾ ਸੀ, ਪਰ ਕਿਸਾਨਾਂ ਦੇ ਵੱਲੋਂ ਸੜਕ ਜਾਮ ਕਰਕੇ, ਚੱਕਾ ਜਾਮ ਕਰਕੇ ਉਹਨਾਂ ਨੂੰ ਆਉਣ ਤੋਂ ਇੱਥੋਂ ਹੁਣ ਗੁਰੇਜ਼ ਕਰਨਾ ਪੈ ਰਿਹਾ ਹੈ। ਇਹ ਤਸਵੀਰਾਂ ਦੇਖੋ ਕਿ ਜਲੰਧਰ ਦੇ ਮਕਸੂਦਾ ਚੌਂਕ ਦੇ ਵਿੱਚ ਇਹ ਕਿਸਾਨ ਬੈਠੇ ਨੇ। ਇਸ ਦੇ ਸਾਹਮਣੇ ਹੀ ਇੱਕ ਰੈਸਟੋਰੈਂਟ ਹੈ ਜਿੱਥੇ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਉਣਾ ਸੀ, ਪਰ ਅੱਜ ਇਹ ਰੋਹ ਦੇਖ ਕੇ ਤਾਂ ਐਂ ਲੱਗ ਰਿਹਾ ਹੈ, ਕਿਉਂਕਿ 2 ਵਜੇ ਦਾ ਸਮਾਂ ਸੀ, 2 ਵਜੇ ਤੋਂ ਉੱਪਰ ਹੁਣ ਸਮਾਂ ਹੋ ਗਿਆ। ਹੁਣ ਬੀਜੇਪੀ ਦੇ ਪ੍ਰਧਾਨ ਇੱਥੇ ਅਜੇ ਤੱਕ ਆਉਂਦੇ ਨਜ਼ਰ ਨਹੀਂ ਆ ਰਹੇ, ਕਿਉਂਕਿ ਲਗਾਤਾਰ ਉਹਨਾਂ ਨੇ ਮੀਟਿੰਗਾਂ ਹੋ ਰਹੀਆਂ ਸੀ। ਸੈਂਟਰ ਦੇ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਜਾਂ ਜਿੱਥੇ ਜਿੱਥੇ ਵਿਰੋਧ ਹੋ ਰਿਹਾ ਹੈ ਉੱਥੋਂ ਦੇ ਕਿਸਾਨਾਂ ਨੂੰ ਸਮਝਾਇਆ ਜਾਵੇ ਅਤੇ ਕਿਸਾਨਾਂ ਨੂੰ ਇਸ ਕਾਨੂੰਨ ਦੇ ਹੱਕ ਦੇ ਵਿੱਚ ਸਮਝਾਇਆ ਜਾਵੇ। ਤਾਂ ਇਹ ਦੇਖੋ ਕਿ ਕਿਸਾਨ ਜਿਹੜੇ ਨੇ ਸੜਕ ਦੇ ਉੱਪਰ ਬੈਠ ਗਏ ਨੇ, ਕਿਉਂਕਿ ਪਹਿਲਾਂ ਕੁਝ ਸਮਾਂ ਪਹਿਲਾਂ ਇਹਨਾਂ ਦੀ ਝੜਪ ਵੀ ਹੋਈ ਸੀ ਪੁਲਿਸ ਦੇ ਨਾਲ। ਤਾਂ ਅੱਜ ਫਿਰ ਉਸ ਤੋਂ ਬਾਅਦ ਇਹਨਾਂ ਨੇ ਸੜਕ ਦੇ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਜਿਵੇਂ ਕਿ ਦੇਖੋ ਕਿ ਤੁਸੀਂ ਕਿ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਨੌਜਵਾਨ ਸਾਡੇ ਨਾਲ। ਬਾਈ ਜੀ, ਕੀ ਲੱਗਦਾ ਕਿ ਇਹ ਬਿੱਲ ਕਾਨੂੰਨ ਵਾਪਸ ਹੋ ਜਾਣਗੇ? ਕਿਉਂਕਿ ਕਹਿੰਦੇ ਆ ਕਿ ਹੁਣ ਬੀਜੇਪੀ ਕਹਿੰਦੀ ਕਿ ਅਸੀਂ ਕੁਝ ਨਹੀਂ ਕਰਨਾ, ਜੋ ਹੈਗਾ ਆ ਇਦਾਂ ਹੀ ਕਿਸਾਨਾਂ ਨੂੰ ਜਾਣਾ ਪਊਗਾ। ਦੇਖੋ ਉਹਨਾਂ ਦੇ ਕਹਿਣ ਨੂੰ ਕੀ ਕਰਨਾ, ਪਰ ਜਿਹੜਾ ਪੰਜਾਬ ਦਾ ਕਿਸਾਨ ਆ ਜਾਗ ਚੁੱਕਾ ਆ। ਇਹ ਬਿੱਲ ਵਾਪਸ ਕਰਾ ਕੇ ਹਟੂਗਾ। ਸਾਡੇ ਧਰਨੇ ਜਿਹੜੇ ਉਹਨਾਂ ਚਿਰ ਜਾਰੀ ਰਹਿਣਗੇ। ਅੱਜ ਅਸੀਂ ਸ਼ਾਂਤਮਈ ਬੈਠੇ ਆ, ਕੱਲ ਨੂੰ ਇਹ ਨਾ ਹੋਵੇ ਕਿ ਅਸੀਂ ਇਹਨਾਂ ਨੂੰ ਘਰੋਂ ਚੋਂ ਕੱਢਣ ਲੱਗ ਪਈਏ। ਇਹਨਾਂ ਦੇ ਕੱਲਿਆਂ ਦਾ ਘਰਾਓ ਕੀਤਾ ਜਾਊਗਾ, ਪਰ ਇਹ ਜਿਹੜਾ ਬਿੱਲ ਆ ਇਹਨੂੰ ਇੰਨਾ ਕੁ ਮੋਦੀ ਨੂੰ ਮਜਬੂਰ ਕਰ ਦੇਵਾਂਗੇ ਕਿ ਜਿਹੜਾ ਬਿੱਲ ਆ ਵਾਪਸ ਲੈਣਾ ਹੀ ਪਊਗਾ, ਤੇ ਲੈਣ ਤੋਂ ਬਿਨਾਂ ਕੋਈ ਹੱਲ ਨਹੀਂ ਹੋਊਗਾ। ਕੋਈ ਸੋਧ ਨਹੀਂ ਹੋਣੀ, ਕੋਈ ਗੱਲ ਨਹੀਂ ਹੋਣੀ, ਕੋਈ ਬਾਤ ਨਹੀਂ ਹੋਣੀ, ਕਿਉਂਕਿ ਮੋਦੀ ਸਾਹਿਬ ਦੇ ਬਿਆਨ ਵੀ ਆ ਚੁੱਕੇ ਨੇ। ਫਿਰ ਕਿਸਾਨਾਂ ਨੂੰ ਲੱਗਦਾ ਉਮੀਦ ਹੈ ਕੋਈ? ਨਹੀਂ, ਸੋਧ ਅਸੀਂ ਕਹਿੰਦੇ ਨਹੀਂ ਕਰਾਉਣ ਨੂੰ, ਨਾ ਦੀ ਸੋਧ ਕਰਾਉਣਾ ਚਾਹੁੰਦੇ ਆ। ਸੋਧ ਅਸੀਂ ਕਰਾਉਣੀ ਨਹੀਂ, ਅਸੀਂ ਤਾਂ ਬਿੱਲ ਵਾਪਸ ਕਰਾਉਣੇ ਆ। ਸੋਧ ਨਹੀਂ ਅਸੀਂ ਕਰਾਉਣੀ, ਬਿੱਲ ਵਾਪਸ ਆਊਗੇ ਤਾਂ ਮੋਦੀ ਕਰੂਗਾ। ਜਿਹੜਾ ਆਪਣੇ ਮੂੰਹ ਨਾਲ ਕਹਿ ਰਿਹਾ ਨਾ ਕਿ ਅੱਛੇ ਦਿਨ ਆਣੇ ਵਾਲੇ ਹੈ, ਅੱਛੇ ਦਿਨ ਉਹਦੇ ਆ ਗਏ ਆ, ਕਿਸਾਨਾਂ ਦੇ ਮਾੜੇ ਦਿਨ ਹੀ ਆਏ ਆ। ਅੰਡਾਨੀ ਤੇ ਮਾਨੀ ਤੋਂ ਬਿਨਾਂ ਅੱਛੇ ਦਿਨ ਕਿਸੇ ਦੇ ਨਹੀਂ ਆਏ। ਕੇਂਦਰ ਦੇ ਵੱਲੋਂ ਸੁਨੇਹਾ ਵੀ ਭੇਜਿਆ ਜਾ ਰਿਹਾ, ਅੱਜ ਕੀ ਦੂਜਾ ਸੁਨੇਹਾ ਭੇਜਤਾ, ਤੁਸੀਂ ਜਾ ਕੇ ਗੱਲ ਕਿਉਂ ਨਹੀਂ ਕਰਦੇ? ਆ ਕੇਂਦਰ ਦਾ ਨੁਮਾਇੰਦਾ ਬੈਠਾ ਅੰਦਰ, ਉਹ ਆ ਕੇ ਬਾਹਰ ਆ ਜਾਵੇ। ਜਿਹੜਾ 10 ਫੁੱਟ ਤੋਂ ਸਾਡੇ ਨਾਲ ਗੱਲ ਨਹੀਂ ਕਰ ਸਕਦਾ, ਚੋਰ ਆ ਯਾਰ ਇਹਦਾ। ਜੇ 10 ਫੁੱਟ ਤੋਂ ਸਾਡੇ ਨਾਲ ਗੱਲ ਨਹੀਂ ਕਰ ਸਕਦਾ, ਕੇਂਦਰ ਨੂੰ ਅਸੀਂ ਕਾਹਤੋਂ ਚਾਹੀਏ? ਉਹਨਾਂ ਨੂੰ ਲੋੜ ਆ ਸਾਡੇ ਕੋਲ ਆ ਜਾਣ, ਬਾਹਰ ਆ ਕੇ ਗੱਲ ਕਰ ਲੈਣ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਹੋ ਸਕਦੀ ਕਿਸਾਨਾਂ ਦੇ ਨਾਲ? ਅਟਵਾਲ ਸਾਹਿਬ, ਕਿਸਾਨਾਂ ਦੇ ਨਾਲ ਕੋਈ ਗੱਲਬਾਤ ਹੋ ਸਕਦੀ ਕੇਂਦਰ ਦੀ ਕੋਈ? ਦੇਖੋ, ਕੱਲ ਨੂੰ ਸਾਡੀਆਂ ਜਥੇਬੰਦੀਆਂ ਦਾ ਚੰਡੀਗੜ੍ਹ ਦੇ ਮੀਟਿੰਗ ਆ, ਉੱਥੇ ਜੋ ਵੀ ਫੈਸਲਾ ਲਿਆਊਗਾ ਆਲਗੀ ਰਣਨੀਤੀ ਉੱਥੇ ਬਣਾਈ ਜਾਊਗੀ। ਕਹਿੰਦੇ ਨੇ ਕਿ
ਕੋਲਾ ਖਤਮ ਹੋ ਰਿਹਾ ਵਾ, ਪੰਜਾਬ ਦੀ ਬੱਤੀ ਬੰਦ ਹੋ ਜਾਊਗੀ ਤੇ ਕਿਸਾਨਾਂ ਨੂੰ ਰੇਲਾਂ ਤੋਂ ਉੱਠ ਜਾਣਾ ਚਾਹੀਦਾ। ਕੋਲੇ ਕੋਲੇ ਟੈਨਸ਼ਨ ਨਹੀਂ, ਜੇ ਬੱਤੀ ਪੰਜਾਬ ਦੀ ਬੰਦ ਹੋ ਜੂ ਭਾਖੜਾ ਪੰਜਾਬ 'ਚ ਹੀ ਆ, ਉਹਦਾ ਘਰਾਓ ਕਰਕੇ ਦਿੱਲੀ ਦਾ ਜਿਹੜਾ ਸੋਚਿਆ ਪੰਜਾਬ ਵਾਲੇ ਉਹ ਘਮਾਉਣਾ ਹੀ ਆ, ਬਸ ਦਿੱਲੀ ਬੰਦ ਕਰਾਂਗੇ, ਪੰਜਾਬ ਨਹੀਂ ਬੰਦ ਹੋਣ ਦਿੰਦੇ। ਕਿਸਾਨ ਕਹਿੰਦੇ ਨੇ ਕਿ ਦਿੱਲੀ ਦੀ ਬੱਤੀ ਬੰਦ ਕਰ ਦਾਂਗੇ, ਪੰਜਾਬ ਦੀ ਬੱਤੀ ਨਹੀਂ ਬੰਦ ਹੋਣ ਦਿਆਂਗੇ। ਸੋ ਇਹ ਦੇਖੋ ਤਸਵੀਰਾਂ ਕਿ ਵਾਟਰ ਕੈਨਨ ਵੀ ਇੱਥੇ ਹੈਗੇ ਨੇ, ਜੇਕਰ ਕੋਈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਦੇਖੋ ਕਿ ਪੂਰੀਆਂ ਤਸਵੀਰਾਂ ਤੁਸੀਂ ਜਲੰਧਰ ਤੋਂ ਦੇਖ ਰਹੇ ਹੋ ਲਾਈਵ। ਤਾਂ ਪੁਲਿਸ ਨੇ ਆਪਣੀ ਬੈਰੀਗੇਡਿੰਗ ਕੀਤੀ ਹੋਈ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਇੱਥੇ ਝੜਪ ਵੀ ਹੋਈ ਸੀ ਕਿਸਾਨਾਂ ਦੇ ਨਾਲ, ਨੌਜਵਾਨਾਂ ਦੇ ਨਾਲ ਪੁਲਿਸ ਦੀ। ਤਾਂ ਇਹ ਹੁਣ ਪੁਲਿਸ ਨੇ ਆਖਿਆ ਕਿ ਇੱਥੇ ਬੈਠ ਕੇ ਤੁਸੀਂ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰ ਸਕਦੇ ਹੋ। 2 ਵਜੇ ਦਾ ਸਮਾਂ ਸੀ ਪ੍ਰਧਾਨ ਦੇ ਆਉਣ ਦਾ, ਬੀਜੇਪੀ ਦੇ ਪੰਜਾਬ ਪ੍ਰਧਾਨ ਦੇ ਆਉਣ ਦਾ, ਪਰ ਅਜੇ ਤੱਕ ਇੱਥੇ ਨਹੀਂ ਆਏ ਕਿਉਂਕਿ ਲਗਾਤਾਰ ਰੋਸ ਵਧਦਾ ਜਾ ਰਿਹਾ। ਬਾਬਾ ਜੀ ਕੀ ਲੱਗਦਾ ਕੇਂਦਰ ਦੇ ਰਵੱਈਏ ਤੋਂ ਤੁਹਾਨੂੰ? ਜਸਬੀਰ ਸਿੰਘ ਲਿੱਟਾਂ, ਡਿਸਟ੍ਰਿਕਟ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜ਼ਿਲ੍ਹਾ ਕਪੂਰਥਲਾ, ਜਿਹੜਾ ਜਲੰਧਰ ਦੇ ਵਿੱਚ ਅੱਜ ਇੱਥੇ ਬੀਜੇਪੀ ਜਿਹੜਾ ਅਸ਼ਵਨੀ ਸ਼ਰਮਾ ਇੱਥੇ ਆਏ ਆ, ਉਹ ਕਿਸਾਨਾਂ ਦੇ ਜ਼ਖਮਾਂ ਤੇ ਲਹੂ ਛਿੜਕਣ ਆਏ ਆ, ਲੂਣ ਛਿੜਕਣ ਆਏ। ਜਦੋਂ ਪਤਾ ਵੀ ਆਪਾਂ ਨੇ ਜਿਹੜਾ ਬੀਜੇਪੀ ਜਿਹੜੀ ਇਹ ਕਿਸਾਨਾਂ ਦੀ ਮਾਰੂ ਸਰਕਾਰ ਆ, ਤੇ ਬੀਜੇਪੀ ਨੂੰ ਆ ਕੇ ਜਿਹੜਾ ਆ ਉਹ ਦੇਖੋ ਜਦੋਂ ਸਾਰੇ ਕਿਸਾਨ ਬੀਜੇਪੀ ਦਾ ਵਿਰੋਧ ਕਰ ਰਹੇ ਆ, ਤੇ ਪੰਜਾਬ ਦੇ ਜਿੰਨੇ ਬੀਜੇਪੀ ਵਾਲੇ ਆ ਇਹ ਕੀ ਜਾ ਕੇ ਮੋਦੀ ਨੂੰ ਕਹਿ ਨਹੀਂ ਸਕਦੇ ਵੀ ਪੰਜਾਬ ਦੇ ਕਿਸਾਨ ਜਿਹੜੇ ਆ ਬੜੇ ਜੁਝਾਰੂ ਆ, ਉਹਨਾਂ ਦਾ ਜਿਹੜਾ ਦੇਖੋ ਆ ਉੱਥੋਂ ਤੁਸੀਂ ਆਰਡੀਨੈਂਸ ਨੂੰ ਰੱਦ ਕਰਕੇ ਜਿਹੜਾ ਕਿਸਾਨਾਂ ਦੇ ਆਰਡੀਨੈਂਸ ਹੱਕ 'ਚ ਕਰੋ, ਤੇ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਰਿਹਾ। ਜਿਹੜਾ ਦੇਖੋ ਹਿੰਦੁਸਤਾਨ ਦਾ 135 ਕਰੋੜ ਦਾ ਢਿੱਡ ਭਰ ਰਿਹਾ, ਇਹਨੂੰ ਸਮਝ ਨਹੀਂ ਆ ਰਿਹਾ ਕਾਨੂੰਨ ਸਹੀ ਹੈ ਤੁਹਾਡੇ ਹੱਕ ਦਾ ਆ। ਇਹ ਕੀ ਕਿਸਾਨ ਅਨਪੜ੍ਹ ਆ? ਕੋਈ ਕਿਸਾਨ ਸਾਡੇ 'ਚ PhD ਆ, ਕਿਸਾਨ ਸਾਡੇ 'ਚ IS ਆ, PCS ਆ, ਜਿੰਨੇ ਏਡੀ ਵੱਡੀਆਂ ਡਿਗਰੀਆਂ ਕੀਤੀਆਂ। ਸਾਰੀ ਸਿੱਖੋ ਸਾਨੂੰ ਸਾਰਾ ਪਤਾ। ਜਦੋਂ ਹੀ ਕਿਹਾ ਵੀ ਸਾਡੇ 2 ਅੱਖਰ MSP ਲਿਖ ਦਿਓ ਕਾਨੂੰਨ ਦੇ ਵਿੱਚ, ਤੇ ਜਿਹੜਾ ਅੱਗੇ ਅਸੀਂ ਦੇਖੋ ਉਹ ਸੰਘਰਸ਼ ਜਿਹੜਾ ਸਾਡਾ ਲੰਮਾ ਜਾ ਰਿਹਾ ਉਹ ਨਹੀਂ ਜਾਏਗਾ। ਇਸ ਕਰਕੇ ਦੇਖੋ ਸਾਨੂੰ ਗੁੰਮਰਾਹ ਕਰ ਰਹੇ, ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ। ਮਨਜੀਤ ਸਿੰਘ ਰਾਏ ਸਾਡੇ ਨਾਲ ਹੈਗੇ ਨੇ ਕਿਉਂਕਿ ਇਹਨਾਂ ਦਾ ਵੀ ਸੰਘਰਸ਼ ਦੇ ਵਿੱਚ ਵੱਡਾ ਤਜਰਬਾ ਰਿਹਾ। ਰਾਏ ਸਾਹਿਬ ਕੀ ਲੱਗਦਾ ਕੇਂਦਰ ਦੇ ਰਵੱਈਏ ਤੋਂ? ਉਹ ਤਾਂ ਕਹਿੰਦੇ ਕਿ ਤੁਹਾਡੇ ਹੱਕ ਦਾ ਬਿੱਲ ਆ, ਤੁਹਾਨੂੰ ਸਮਝ ਨਹੀਂ ਆ ਰਹੀ। ਦੇਖੋ ਜੀ, ਮੈਂ ਤੇ ਪਹਿਲਾਂ ਦੱਸਦਾ ਹਟਿਆ ਕਿ ਉਹਨਾਂ ਨੂੰ ਕੀ ਪਤਾ ਜਿਹੜੇ ਉੱਥੇ ਅੰਦਰੀ ਕਮਰਿਆਂ 'ਚ ਬਹਿ ਕੇ ਬਿੱਲ ਤਿਆਰ ਕਰਦੇ ਆ, ਉਹ ਵਿਚਾਰੇ ਖੇਤੀ ਕਰਦੇ ਆ, ਬੇਸ਼ੱਕ ਸਾਡੇ ਧੀਆਂ ਪੁੱਤਰ ਨੇ, ਪਰ ਉਹਨਾਂ ਨੇ ਕਦੇ ਕਾਲਜ ਛੱਡ ਕੇ ਖੇਤਾਂ 'ਚ ਬੜੇ ਨਹੀਂ ਹੋਣੇ। ਉਹਨਾਂ ਨੂੰ ਤਾਂ ਇਹ ਵਿਚਾਰਿਆਂ ਨੂੰ ਨਹੀਂ ਪਤਾ ਹੋਣਾ ਵੀ ਗੁੜ ਦੀ ਡਲੀ ਗੰਨੇ ਤੇ ਲੱਗਦੀ ਆ, ਕੜਾਹੇ 'ਚ ਪੈਦਾ ਹੁੰਦੀ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵੀ ਕਣਕ ਦਰਖਤ ਤੇ ਪੈਦਾ ਹੁੰਦੀ ਕਿ ਖੇਤ 'ਚ ਬੀਜੀ ਜਾਂਦੀ। ਉਹ ਬਿੱਲ ਤਿਆਰ ਕਰਦੇ ਆ। ਜਿਹਦੇ ਲਈ ਤਿਆਰ ਕੀਤਾ ਜਾ ਰਿਹਾ ਬਿੱਲ, ਉਹ ਕਿਸਾਨ ਨੂੰ ਤਾਂ ਪੁੱਛ ਲਓ, ਕਿਸਾਨ ਨੂੰ ਤਾਂ ਪੁੱਛੋ ਵੀ ਇਹ ਤੇਰੇ ਘਾਟੇ ਦਾ ਕਿ ਨਫੇ ਦਾ, ਜਾਂ ਇਹ ਕਿੱਦਾਂ ਨਫੇ ਦਾ ਬਣਨਾ। ਕਿਸਾਨ ਦੀ ਤਾਂ ਰਹਿ ਨਹੀਂ ਲਈ ਕਦੇ ਅੱਜ ਤੱਕ ਹੋਇਆ ਜੀ ਇਹ ਵੀ ਕਿਸੇ ਦੀ ਮੌਤ ਦਾ ਫਰਮਾਨ ਆਵੇ, ਜੱਜ ਸਾਹਿਬ ਫਰਮਾਨ ਦੇਣ ਤੇ ਉਹਨੂੰ ਸਫਾਈ ਲਈ ਮੌਕਾ ਵੀ ਨਾ ਦੇਣ। ਇਹ ਦੇਖੋ ਨਰਿੰਦਰ ਮੋਦੀ ਇਹਨਾਂ ਦਾ ਡਿਕਟੇਟਰ ਹੈ, ਔਰੰਗਜ਼ੇਬ ਨੂੰ ਭੈੜਾ ਸ਼ਾਸਕ, ਜਿਹਨੇ ਕਿਸਾਨਾਂ ਨੂੰ ਪੁੱਛਿਆ ਨਹੀਂ ਉਹਦੀ ਮੌਤ ਦਾ ਫਰਮਾਨ ਦੇਣ ਲੱਗਿਆ, ਆਪਣੀ ਮਰਜ਼ੀ ਥੋਪ ਦਿੱਤੀ। ਉਹ ਤਾਂ ਡਿਕਟੇਟਰਸ਼ਿਪ ਹੈ। ਪਰ ਇਹ ਕਿਸਾਨ ਜਿਹੜਾ ਪੰਜਾਬ ਦਾ ਜਾਗ ਪਿਆ, ਇਹਦੀ ਨੱਕ ਦੇ ਵਿੱਚ ਦਮ ਕਰ ਦਊਗਾ, ਇਹਨੂੰ ਵਾਪਸ ਕਰਾ ਕੇ ਹਟੂਗਾ। ਕੇਂਦਰ ਕਹਿੰਦੀ ਹੈ ਕਿ ਆਜੋ ਬਹਿ ਜਾਓ, ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ। ਦੇਖੋ ਉਹ ਜਿਹੜਾ ਬਹਿਣ ਦਾ ਤਰੀਕਾ ਹੁੰਦਾ, ਉਹ ਇੱਕ ਦਿਨ ਪਹਿਲਾਂ ਇੱਕ ਚਿੱਠੀ ਐਵੇਂ ਇਹਨਾਂ ਦੇ ਜਿਹੜੇ ਉਹ ਐਗਰੀਕਲਚਰ ਸੈਕਟਰੀ ਹੈਗੇ ਆ ਭਾਰਤ ਸਰਕਾਰ ਦੇ, ਸੰਜੀਵ ਅਗਰਵਾਲ ਜੀ, ਉਹਨਾਂ ਨੇ ਇੱਕ ਭੇਜਤੀ ਉੱਤੇ ਈਮੇਲ ਤੇ ਲਿਖ ਕੇ ਚਿੱਠੀ ਜਿਹੀ, ਨਾ ਕੋਈ ਨੰਬਰ, ਨਾ ਕੋਈ ਗੱਲ, ਨਾ ਕੋਈ ਬਾਤ। ਉਹ ਗੁੰਮਰਾਹ ਕਰਦੇ ਕਿਸਾਨਾਂ ਨੂੰ ਵੀ ਖਰਿਆ ਕਿਸਾਨ ਦੌੜਿਆ ਇਹਨਾਂ ਕੋ ਆਜੂ ਵੀ ਸੈਂਟਰ ਸਰਕਾਰ ਦੀ ਚਿੱਠੀ ਆ ਗਈ। ਇਹ ਪੰਜਾਬ ਦਾ ਕਿਸਾਨ ਹੈ, ਜੇ ਆਪਣੀ ਆਈ ਤੇ ਆ ਗਿਆ ਸੈਂਟਰ ਨੂੰ ਘੁੱਟਣਿਆਂ ਦੇ ਵੱਲ ਬਿਠਾ ਦਊ। ਇਸ ਕਰਕੇ ਹੁਣ ਦੁਬਾਰਾ ਚਿੱਠੀ ਪਾਈ ਆ ਉਸੇ ਅਗਰਵਾਲ ਨੇ ਕਿ ਭਾਰਤ ਸਰਕਾਰ ਗੱਲ ਕਰਨਾ ਚਾਹੁੰਦੀ ਆ, ਉਹਦੇ ਬਾਰੇ ਹੁਣ ਵਿਚਾਰਾਂਗੇ। ਕੱਲ ਸਾਡੀ 31 ਜਥੇਬੰਦੀਆਂ ਦੀ ਮੀਟਿੰਗ ਹੈ, ਅਸੀਂ ਉੱਥੇ ਵਿਚਾਰਾਂਗੇ ਜਾਣਾ ਜਾਂ ਨਹੀਂ ਜਾਣਾ। ਸਾਡਾ ਫੈਸਲਾ ਨਹੀਂ ਹੋਇਆ, ਅਜੇ ਕੋਈ ਫੈਸਲਾ ਨਹੀਂ। ਕੱਲ ਸਾਡੀਆਂ 31 ਦੀਆਂ 31 ਜਥੇਬੰਦੀਆਂ ਚੰਡੀਗੜ੍ਹ ਇਕੱਠੀਆਂ ਹੋ ਰਹੀਆਂ, ਉੱਥੇ ਫੈਸਲਾ ਹੋਏਗਾ। ਕੋਲਾ ਖਤਮ ਹੋ ਰਿਹਾ, ਪੰਜਾਬ ਦੀ ਬੱਤੀ ਗੁੱਲ ਹੋ ਜੂਗੀ। ਦੇਖੋ ਜੀ, ਨਹੀਂ, ਇਹ ਗੱਲ ਝੂਠੀ ਹੈ ਜੀ, ਕਿਉਂਕਿ ਤੁਸੀਂ ਵੇਖੋ ਵੀ 1200 ਮੈਗਾਵਾਟ ਬਿਜਲੀ ਚਾਹੀਦੀ ਇਹਨਾਂ ਨੂੰ, 750 ਮੈਗਾਵਾਟ ਬਿਜਲੀ ਆਲਰੇਡੀ ਪੈਦਾ ਹੋ ਰਹੀ ਬਿਨਾਂ ਕੋਲੇ ਤੋਂ। ਇੱਕ ਮਿੰਟ, ਔਰ ਇੱਕ ਉਹ ਤੋਂ ਬਾਅਦ ਸੈਕਿੰਡ ਜਿਹੜੀ ਗੱਲ ਹੈ ਵੀ ਇਹ ਬਿਜਲੀ ਜੇਕਰ ਕੋਲਾ ਮੰਗਾ ਕੇ ਬਣਾਉਂਦੇ ਆ, ਉਹ 5 ਰੁਪਏ ਯੂਨਿਟ ਪੈਂਦੀ। ਜੇ ਬਾਹਰੋਂ ਖਰੀਦਦੇ 3.5 ਰੁਪਏ ਯੂਨਿਟ, ਤਾਂ ਬਾਹਰੋਂ ਲੈ ਲੈਣ। ਔਰ ਦੂਜੀ ਗੱਲ ਆ, ਤੁਸੀਂ ਪੇਪਰਾਂ 'ਚ ਪੜ੍ਹਿਆ ਹੋਊਗਾ, ਜਿਹੜਾ ਇਲੈਕਟ੍ਰਿਸਿਟੀ ਡਾਇਰੈਕਟਰ ਹੈ ਉਹਨੇ ਕਿਹਾ ਕਿਤੇ ਕੋਲੇ ਦੀ ਘਾਟ ਨਹੀਂ। ਇਹਦਾ ਮਤਲਬ ਇਹ ਲੱਗਦਾ ਵੀ ਜਿਹੜੀ ਕੈਪਟਨ ਸਰਕਾਰ ਹੈ ਇਹ ਵੀ ਸੈਂਟਰ ਨਾਲ ਮਿਲੀ ਹੋਈ ਸਰਕਾਰ ਹੈ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਵੀ ਕਿਸੇ ਤਰ੍ਹਾਂ ਧਰਨੇ ਛੱਡ ਕੇ ਘਰਾਂ ਨੂੰ ਚਲ ਜਾਣ, ਪਰ ਹੁਣ ਸਿਆਣਾ ਹੋ ਗਿਆ ਕਿਸਾਨ, ਨਹੀਂ ਜਾਵੇਗਾ। ਮੰਤਰੀ ਦਾ ਰਵੱਈਆ ਕਿਵੇਂ ਦੇਖਦੇ ਹੋ ਇਸ ਸੱਥ ਦੇ ਵਿੱਚ? ਉਹ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਰੈਲੀਆਂ ਹੋ ਰਹੀਆਂ ਨੇ, ਦਿੱਲੀੋਂ ਆ ਗਏ ਰਾਹੁਲ ਗਾਂਧੀ ਟਰੈਕਟਰ ਰੈਲੀ ਕਰਨ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਕੇ। ਉਹ ਝੂਠਾ ਜੀ,
ਸਾਡੇ ਨਾਲ 31 ਤਰੀਕ ਨੂੰ ਸਾਡੇ ਨਾਲ ਮੀਟਿੰਗ ਕੀਤੀ ਜੀ, ਔਰ ਉਸ ਦਿਨ ਕਿਹਾ ਗਿਆ ਵੀ 31 ਤਰੀਕ ਨੂੰ ਮੀਟਿੰਗ ਕਰਕੇ ਵੀ ਇੱਕ ਹਫ਼ਤੇ 'ਚ ਮੀਟਿੰਗ 'ਚ ਬੁਲਾਏ, ਸਪੈਸ਼ਲ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ, ਉਹ 'ਚ ਜਿਹੜੇ ਬਿੱਲ ਆ ਰੱਦ ਕੀਤੇ ਜਾਣਗੇ, ਪਰ ਨਹੀਂ ਬੁਲਾਇਆ। ਉਹ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਲਟਾ ਇਹਨਾਂ ਨੇ ਕਹਿਤਾ ਵੀ ਕਰੋਨਾ ਹੈ, ਤੇ ਰਾਹੁਲ ਗਾਂਧੀ ਇੱਥੇ ਆ ਗਿਆ ਰੈਲੀ ਕਰਨ, ਉਸਲੇ ਕਰੋਨਾ ਖਤਮ ਹੋ ਗਿਆ। ਇਹ ਸਭ ਜਿਹੜੀਆਂ ਗੱਲਾਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਕੈਪਟਨ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਨਰਿੰਦਰ ਮੋਦੀ ਹੈ। ਸਾਨੀ ਸਾਹਿਬ, ਤੁਹਾਨੂੰ ਕੀ ਲੱਗਦਾ ਸਾਰੇ ਲੀਡਰ ਤਾਂ ਤੁਹਾਡੇ ਹੱਕ ਦੇ ਵਿੱਚ ਖੜੇ ਨੇ, ਚਾਹੇ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਆਮ ਆਦਮੀ ਪਾਰਟੀ, ਅੱਜ ਤੱਕ ਜੰਤਰ ਮੰਤਰ ਤੇ ਵੀ ਬਹਿ ਗਏ ਦਿੱਲੀ ਦੇ ਵਿੱਚ। ਇਹਦੇ ਹੱਕ 'ਚ ਵੀਰੇ ਕੋਈ ਨਹੀਂ ਖੜਾ, ਸਾਰੀਆਂ ਸਿਆਸੀ ਧਿਰਾਂ ਆਪਣੀਆਂ ਵੋਟਾਂ ਕਾਇਮ ਰੱਖਣ ਲਈ ਖੜੀਆਂ। ਜੇ ਕਿਸਾਨੀ ਦੇ ਹੱਕ 'ਚ ਕੋਈ ਖੜੀ ਹੁੰਦੀ ਧਿਰ, ਇਹ ਆਰਡੀਨੈਂਸ ਪਾਰਲੀਮੈਂਟ 'ਚ ਪਾਸ ਨਹੀਂ ਸੀ ਹੋਣੇ, ਨਾ ਇਹ ਵਿਧਾਨ ਪਾਰਲੀਮੈਂਟ 'ਚ ਪਾਸ ਹੋਣੇ ਸੀ। ਪੰਜਾਬ ਦੀ ਕਿਸੇ ਸਿਆਸੀ ਧਿਰ ਨੇ ਉਹਦਾ ਉਦੋਂ ਵਿਰੋਧ ਨਹੀਂ ਕੀਤਾ ਜਦੋਂ ਵਿਰੋਧ ਕਰਨ ਦਾ ਟਾਈਮ ਸੀ। ਹੁਣ ਜਦੋਂ ਸਾਰੇ ਦੇਸ਼ ਦਾ ਕਿਸਾਨ ਸੜਕਾਂ ਤੇ ਆ ਗਿਆ, ਸਿਆਸੀ ਲੋਕਾਂ ਨੂੰ ਆਪਣੀਆਂ ਵੋਟਾਂ ਜਿਹੜੀਆਂ ਉਹ ਜਾਂਦੀਆਂ ਦਿਸੀਆਂ, ਹੁਣ ਇਹ ਮਜਬੂਰੀ ਬਸ ਡਰਾਮਾ ਕਰ ਰਿਹਾ, ਇਹਨੂੰ ਅਸੀਂ ਵਿਰੋਧ ਨਹੀਂ ਗਿਣਦੇ। ਇੱਕ ਵੈਸੇ ਗੱਲ ਆ ਵੀ ਕਾਨੂੰਨ ਜਿਹੜੇ ਕਦੀ ਵਾਪਸ ਨਹੀਂ ਲਏ ਜਾਂਦੇ ਹੁੰਦੇ, ਉਹਨਾਂ 'ਚ ਸੋਧਾਂ ਹੁੰਦੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਕੇਂਦਰ ਪੰਜਾਬ ਨੂੰ ਵੇਖ ਕੇ ਆਪਣਾ ਰਵੱਈਆ ਬਦਲ ਲੂਗਾ? ਦੇਖੋ, ਜੇ ਪੰਜਾਬ ਦੇ ਲੱਖਾਂ ਲੋਕਾਂ ਦੀ ਆਵਾਜ਼ ਸਰਕਾਰ ਅਜੇ ਵੀ ਨਹੀਂ ਸੁਣਦੀ, ਉਹਦੇ 'ਚ ਅਮੈਂਡਮੈਂਟ ਹੋ ਸਕਦੀ ਹੈ, ਜਦੋਂ ਮਰਜ਼ੀ ਸੋਧ ਹੋ ਸਕਦੀ ਆ। ਪਹਿਲਾਂ ਵੀ ਸੰਵਿਧਾਨਕ ਸੋਧਾਂ ਬਹੁਤ ਹੋ ਚੁੱਕੀਆਂ ਕਾਨੂੰਨਾਂ 'ਚ, ਇਹ ਕੋਈ ਮੁਸ਼ਕਲ ਗੱਲ ਨਹੀਂ। ਸਰਕਾਰ ਜਦੋਂ ਚਾਹੇ ਸੋਧ ਕਰ ਸਕਦੀ ਆ। ਲੋਕਤੰਤਰੀ ਸਰਕਾਰਾਂ ਨੇ ਲੋਕਾਂ ਦੀ ਗੱਲ ਸੁਣਨੀ ਹੁੰਦੀ ਆ, ਲੋਕਾਂ ਦੇ ਭਲੇ ਲਈ ਸਰਕਾਰਾਂ ਲੋਕ ਚੁਣਦੇ ਆ। ਜੇ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਧਾਰਨ ਕਰਨਾ, ਉਹਨੂੰ ਲੋਕਤੰਤਰੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ। ਅਸੀਂ ਕਾਰਪੋਰੇਟ ਸੈਕਟਰ ਨੂੰ ਪੰਜਾਬ ਦੇ ਵਿੱਚ ਬਿਲਕੁਲ ਆਪਣੀਆਂ ਜ਼ਮੀਨਾਂ ਕਾਰਪੋਰੇਟ ਸੈਕਟਰ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ, ਚਾਹੇ ਕਿਸਾਨੀ ਨੂੰ ਜਿੱਡੀ ਮਰਜ਼ੀ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪੈ ਜਾਵੇ। ਇਹ ਜਥੇਦਾਰ ਧੰਨਵਾਦ। ਸੋ ਸਰਦਾਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ, ਕੇਂਦਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਈ ਅਸ਼ਨੀ ਸ਼ਰਮਾ ਜਿੱਥੇ ਕਹਿੰਦੇ ਸੀਗੇ ਬਈ ਸਾਡੇ ਕਿਤੇ ਘਰਾਓ ਕਰਕੇ ਦਿਖਾ ਲਿਓ ਸਾਡੀ ਮੀਟਿੰਗ ਦਾ, ਜੇ ਮਾਂ ਦਾ ਦੁੱਧ ਪੀਤਾ ਤੇ ਬਾਹਰ ਆਉਣ। ਹੁਣ ਕਿਸਾਨ ਸੜਕਾਂ ਤੇ ਆਣ ਕੇ ਘੇਰ ਲਿਆ, ਜਾਂ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਇਹਨੂੰ ਕਹ ਤੁਰ ਕੇ ਲੰਘ ਕੇ ਦਿਖਾ ਲੈ, ਅਸੀਂ ਕਵਾਂਗੇ ਕੁਛ ਨਹੀਂ, ਪਰ ਅਸੀਂ ਜਵਾਬ ਪੁੱਛਾਂਗੇ। ਦੱਸੋ ਕਿਸਾਨਾਂ ਨੇ ਕੀ ਮਾੜਾ ਕੀਤਾ, ਕਿਹੜਾ ਜਿਹੜਾ ਕਾਨੂੰਨ ਕਿਸਾਨਾਂ ਦੇ ਗਲ ਮੜ ਦਿੱਤਾ, ਕਾਲਾ ਕਾਨੂੰਨ ਸਾਡੇ ਬੱਚਿਆਂ ਦਾ ਭਵਿੱਖ ਕਰਦਾ ਖਰਾਬ। ਉੱਚੇ ਘਰਾਣਿਆਂ ਨੂੰ ਪੰਜਾਬ ਵਿੱਚ ਕਿਸੇ ਵੀ ਕੀਮਤ ਤੇ ਐਂਟਰ ਨਹੀਂ ਹੋਣ ਦਿਆਂਗੇ, ਆਪਣੀਆਂ ਜ਼ਮੀਨਾਂ ਇਹਨਾਂ ਦੇ ਹਵਾਲੇ ਨਹੀਂ ਹੋਣ ਦਿਆਂਗੇ। ਇਸ ਲਈ ਤੁਹਾਡੇ ਚੈਨਲ ਦੇ ਜੀ ਇਹ ਦੱਸਣਾ ਚਾਹੁੰਦੇ ਆ, ਮੋਦੀ ਸਾਹਿਬ ਝੂਠ ਬੋਲ ਕੇ ਅੱਛੇ ਦਿਨਾਂ ਦਾ ਕਹਿ ਕੇ ਵੋਟਾਂ ਲੈ ਲਈਆਂ, ਬਾਹਰਲੇ ਫੇਲ ਕੀਤੇ ਕਾਨੂੰਨ ਲਿਆ ਕੇ ਸਾਡੇ ਗੱਲ ਪਾਤੇ ਆ। ਇਹ ਕਾਨੂੰਨ ਲਾਗੂ ਨਹੀਂ ਹੋਣ ਦੇਗੇ ਪੰਜਾਬ 'ਚ, ਤੂੰ ਪਾਸ ਕਰ ਲਿਆ। ਬਿਲਕੁਲ, ਵੱਡੇ ਮੁਲਕਾਂ ਦੇ ਵਿੱਚ ਇਹ ਕਾਨੂੰਨ ਫੇਲ ਹੋਏ ਨੇ, ਪਰ ਅੱਜ ਪੂਰਾ ਸਾਡੇ ਦੇਸ਼ ਦੇ ਵਿੱਚ ਪਾਸ ਹੋ ਰਹੇ ਨੇ। ਇੱਕ ਵਾਰੀ ਤਸਵੀਰ ਇਹ ਦੇਖੋ ਕਿ ਪੁਲਿਸ ਪ੍ਰਸ਼ਾਸਨ ਪੂਰਾ ਚੌਕਸ ਹੈ। ਪਹਿਲਾਂ ਇਹਨਾਂ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਝੜਪ ਵੀ ਹੋਈ ਸੀ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬੈਠਣ ਲਈ ਕਿਹਾ ਗਿਆ। ਡੀਸੀਪੀ ਨਰੇਸ਼ ਡੋਗਰਾ ਸਾਡੇ ਨਾਲ ਹੈਗੇ ਆ। ਡੋਗਰਾ ਸਾਹਿਬ, ਅੰਦਰ ਪ੍ਰਧਾਨ ਸਾਹਿਬ ਬੈਠੇ ਨੇ ਕਿ ਨਹੀਂ? ਹਾਂ, ਉਹਨਾਂ ਦੇ ਆਪਣਾ ਪ੍ਰੋਗਰਾਮ ਚੱਲ ਰਿਹਾ, ਉਹਨਾਂ ਦਾ ਆਪਣਾ ਹਾਂਜੀ, ਉਹਨਾਂ ਦਾ ਚੱਲ ਰਿਹਾ ਪ੍ਰੋਗਰਾਮ ਆਪਣਾ ਉਹਨਾਂ ਦਾ। ਕਿਸਾਨ ਬਜਿੱਦ ਨੇ, ਕਹਿੰਦੇ ਨੇ ਕਿ ਅਸੀਂ ਨਹੀਂ ਉੱਠਣਾ, ਜਾਂ ਤਾਂ ਉਹਨਾਂ ਨੇ ਇੱਕ ਵਾਰੀ ਮਿਲਾ ਦਿਓ ਤੇ ਜਾਂ ਅਸੀਂ ਉਹਨਾਂ ਨੇ ਕੋਈ ਕੰਮ ਨਹੀਂ ਮਿਲਾਣਾ। ਸਾਡਾ ਕੰਮ ਹੈ ਇਹਨਾਂ ਦੀ ਵੀ ਸਿਕਿਉਰਿਟੀ ਕਰਨੀ, ਉਹਨਾਂ ਦੀ ਵੀ ਸਿਕਿਉਰਿਟੀ ਕਰਨੀ ਹੈ। ਠੀਕ ਹੈ ਜੀ, ਇਹ ਆਪਣੇ ਬੈਠੇ ਆਪਣੀ ਮੀਟਿੰਗ ਕਰ ਰਹੇ ਆ ਜ਼ਿਲ੍ਹਾ ਵਾਈਜ਼। ਵਾਟਰ ਕੈਨਨ ਵੀ ਇੱਥੇ ਰੱਖੇ ਨੇ, ਉਹ ਯੂਜ਼ ਕੀਤੇ ਜਾਣਗੇ? ਨਹੀਂ ਨਹੀਂ, ਆਪਣੀ ਸਿਕਿਉਰ ਅਸੀਂ ਤਾਂ ਰੱਖਣੇ ਹੁੰਦੇ ਆ, ਸਾਡੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ, ਹਰ ਇੱਕ ਨੂੰ ਰੱਖਣਾ। ਸਾਡੇ ਕੋਲ ਹਰ ਚੀਜ਼ ਆ, ਕੇਨ ਸ਼ੀਲਡਾਂ ਵੀ ਆ, ਡੰਡੇ ਵੀ ਆ, ਹਰ ਚੀਜ਼ ਆ ਸਾਡੇ ਕੋਲ। ਅਸੀਂ ਕੋਈ ਲੜਨ ਝਗੜਨ ਨਹੀਂ ਆਏ, ਅਸੀਂ ਤਾਂ ਸਿਰਫ ਗੱਲ ਕਰਨੀ ਆ ਕਿ ਜਿਹੜੀ ਕੇਂਦਰ ਤੱਕ ਸਾਡੀ ਗੱਲ ਪਹੁੰਚੇ। ਉਹਨਾਂ ਦੀ ਮੀਟਿੰਗ ਚੱਲਦੀ ਪਈ ਆ, ਉਹਨਾਂ ਦੀ ਕੋਈ ਆਪਣੇ ਪੱਧਰ ਤੇ ਮੀਟਿੰਗ ਚੱਲਦੀ ਆ, ਸਾਡਾ ਉਹਨਾਂ ਦਾ ਕੋਈ ਨਹੀਂ ਹੈਗਾ। ਜੇ ਇਹਨਾਂ ਨੇ ਚਾਹੀ ਪ੍ਰੋਪਰ ਡੀਸੀ ਸਰੂ ਸਾਹਿਬ ਆ ਜਾਣ, ਆਪਣੇ ਕੰਮ। ਸੋ ਅੰਦਰ ਮੀਟਿੰਗ ਚੱਲ ਰਹੀ ਹੈ। ਨਰੇਸ਼ ਡੋਗਰਾ ਨੇ ਇਹ ਚੀਜ਼ ਤੇ ਮੋਹਰ ਲਾਤੀ ਹੈ ਕਿ ਬੀਜੇਪੀ ਦੇ ਵੱਲੋਂ ਜਿਹੜੇ ਹੁਣ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ, ਉਸ ਬਾਬਤ ਅੰਦਰ ਮੀਟਿੰਗ ਚੱਲ ਰਹੀ ਹੈ। ਉਹ ਸਾਹਮਣੇ ਤੁਸੀਂ ਬੋਰਡ ਦੇਖੋ ਕਿ ਪੰਜਾਬ ਦੇ ਪ੍ਰਧਾਨ, ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਹੁਣੇ ਇੱਥੇ ਪਹੁੰਚੇ ਨੇ, ਤਾਂ ਉਹਨਾਂ ਦੀ ਹੀ ਸੁਰੱਖਿਆ ਦੇ ਲਈ ਇਹ ਸਾਰੀ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ। ਪਹਿਲਾਂ ਹਾਲਾਂਕਿ ਝੜਪ ਵੀ ਹੋਈ ਸੀ ਇੱਕ ਵਾਰੀ ਕਿਸਾਨਾਂ ਦੇ ਵੱਲ ਤੁਸੀਂ ਜ਼ਰੂਰ ਦੇਖੋ ਕਿ ਇਹ ਬਿਲਕੁਲ ਬਜਿੱਦ ਬੈਠੇ ਨੇ। ਉਹ ਕਹਿੰਦੇ ਨੇ ਕਿ ਅਸੀਂ ਕਾਨੂੰਨ ਹੁਣ ਪਾਸ ਨਹੀਂ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਦਿਵਾਉਣੇ ਚਾਹੀਦੇ ਨੇ। ਖਾਲਿਸਤਾਨੀ ਝੰਡੇ ਬੰਨ ਕੇ ਤੋਰਦੇ ਨੇ, ਤੇਜ ਮੋਹਰੇ ਲਾਣਗੇ। ਦੇਸ਼ ਦਾ ਇਦਾਂ ਦਾ ਕੋਈ ਫਰੰਟ ਨਹੀਂ ਹੈ ਜਿਹਦੇ ਉੱਤੇ ਨਹੀਂ ਸਾਨੂੰ ਵਰਤਿਆ ਨਹੀਂ। ਹਰੀ ਕ੍ਰਾਂਤੀ ਉੱਤੇ ਲਿਆਂਦੀ, ਪਾਣੀ ਅਸੀਂ ਆਪਣਾ ਖਰਾਬ ਕਰ ਲਿਆ, ਹਵਾ ਅਸੀਂ ਆਪਣੀ ਖਰਾਬ ਕਰ ਲਈ। ਸਾਡੇ ਕੋਲ ਯਾਰਾਂ ਪਾਈਆਂ ਗਈਆਂ ਜਿਹਨਾਂ ਦੀ ਮਾਤਰਾ ਸਾਨੂੰ ਹਾਲੇ ਤੱਕ ਨਹੀਂ ਪਤਾ ਪੰਜਾਬ ਵਿੱਚ ਕਿੰਨੀ ਹੈ ਤੇ ਕਿੰਨੀ ਪੈਣੀ ਚਾਹੀਦੀ, ਕਿੰਨੀ ਨਹੀਂ। ਇੱਕ ਟੈਸਟ ਕਰਕੇ ਦੇਖ ਲਓ, ਤੇ ਇਹੀ ਗੱਲ ਇਹਨਾਂ ਨੇ ਕਾਨੂੰਨ ਦੇ ਵਿੱਚ ਵੀ ਪਾਈ ਹੈ ਕਿ ਜਿਹੜਾ ਜ਼ਿਮੀਂਦਾਰ ਖੇਤ ਦੇ ਵਿੱਚ ਪ੍ਰੋਜੈਕਟ ਤਿਆਰ ਕਰੂਗਾ, ਉਹਨੂੰ ਮਾਰਕੀਟ ਵਿੱਚ ਆਉਣ ਤੋਂ ਪਹਿਲਾਂ ਉਹਦੀ ਟੈਸਟਿੰਗ ਹੋ ਗਈ, ਉਹਦੇ ਵਿੱਚ ਅਗਰ ਮਾਤਰਾ ਦਵਾਈ ਦੀ ਜ਼ਿਆਦਾ ਹੋਈ ਤੇ ਤੁਹਾਡੀ ਜਿਹੜੀ ਫਸਲ ਨਹੀਂ ਜਾਓਗੇ।
ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜਿਹੜੇ ਕਾਨੂੰਨ ਕੇਂਦਰ ਸਰਕਾਰ ਨੇ ਬਣਾ ਦਿੱਤੇ ਆ ਉਹਨਾਂ ਨੂੰ ਵਾਪਸ ਲੈਣ, ਕਿਉਂਕਿ ਉਹ ਕਿਸਾਨੀ ਦੇ ਹੱਕ ਦੇ ਵਿੱਚ ਨਹੀਂ ਹੈ। ਕਿਸਾਨਾਂ ਦਾ ਇਹ ਕਹਿਣਾ, ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਨੇ, ਲਗਾਤਾਰ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ। ਪਿਛਲੇ 10 ਦਿਨ ਤੋਂ ਲਗਾਤਾਰ ਕਿਸਾਨ ਰੇਲਾਂ ਦੇ ਉੱਪਰ ਬੈਠੇ ਨੇ। ਹਾਲਾਂਕਿ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੋਲਾ ਖਤਮ ਹੋ ਜਾਊਗਾ, ਬੱਤੀ ਬੰਦ ਹੋ ਜਾਊਗੀ। ਤਾਂ ਹੁਣ ਜ਼ੋਰ ਪੈਣੇ ਵੀ ਸ਼ੁਰੂ ਹੋ ਚੁੱਕੇ ਨੇ, ਪਰ ਕਿਸਾਨਾਂ ਦੇ ਉੱਪਰ ਕਿਸੇ ਦਾ ਜ਼ੋਰ ਨਹੀਂ ਹੈ। ਕਿਸਾਨ ਕਹਿੰਦੇ ਨੇ ਕਿ ਗੱਲ ਸਿਰਫ ਇੱਕ ਹੈ ਕਿ ਕਾਨੂੰਨ ਵਾਪਸ ਲਏ ਜਾਣ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।